ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ। ਸਰਗੁਣ ਤੋਂ ਭਾਵ ਹੈ ਤ੍ਰੈਗੁਣੀ ਮਾਇਆ ਦਾ ਰੂਪ, ਤੇ ਨਿਰਗੁਣ ਤੋਂ ਭਾਵ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਨਿਰੰਕਾਰ ਤੋਂ ਭਾਵ ਆਕਾਰ ਰਹਿਤ। ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ, ਨਿਰੰਕਾਰ ਭਾਵ ਆਕਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ। ਤ੍ਰੈਗੁਣੀ ਮਾਇਆ ਦਾ ਰੂਪ ਵੀ ਆਪ ਹੈ, ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ, ਮਾਇਆ ਤੋਂ ਨਿਰਲੇਪ ਵੀ ਉਹ ਆਪ ਹੀ ਹੈ। ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਉਹ ਆਪ ਹੀ ਹੈ। ਸੁਣ ਸਮਾਧੀ ਟਿਕਾਉ ਦੀ ਉਹ ਅਵਸਥਾ ਜਿੱਥੇ ਸੁੰਝ ਹੋਵੇ, ਕੋਈ ਫੁਰਨਾ ਨਾ ਹੋਵੇ। ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਵਾਹਿਗੁਰੂ ਆਪ ਹੀ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੇ ਨਾਨਕ, ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਰਚਿਆ ਹੈ, ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਆਪਣੇ ਆਪ ਨੂੰ ਜੀਵਾਂ ਦੇ ਰਾਹੀਂ ਯਾਦ ਕਰ ਰਿਹਾ ਹੈ। अष्टपदी जब आकार एक कछ न दृष्टेता, पाप पुन तब कहते होता। गुरु साहब ने बख्शिश की, जदों जगत दे जियां दी अजे कोई शकल नहीं सी दिसदी, इस संसार किसी तरह जाहर नहीं सी होया। पाप पुन तब कहते होता, तदों पाप जा पुन किस जीव तो हो सकदा सी। किस नूं पापी ते किस नूं पुन्नी आखदे। उदों मंदे कर्म ते चंगे अमल किसे कोल हुंदे नहीं सन, क्योंकि संसार दी परमात्मा ने घाट नहीं घड़ी सी। जब धारी आपन सुन समाद, तब बैर विरोध के संग कमाद। जदों प्रभु ने आप अफुर अवस्था वाली समाधि लाई हुई सी, भाव ਜਦੋਂ ਆਪਣੇ ਆਪ ਵਿੱਚ ਆਪ ਟਿਕਿਆ ਹੋਇਆ, ਆਪਣੇ ਵਿੱਚ ਮਸਤ ਸੀ, ਤਬ ਵੈਰ ਵਿਰੋਧ ਕੇ ਸੰਗ ਕਮਾਤ। ਤਦੋਂ ਕਿਸੇ ਨੇ ਕਿਸੇ ਨਾਲ ਵੈਰ ਵਿਰੋਧ ਕੀ ਕਮਾਉਣਾ ਸੀ? ਕੋਈ ਵੈਰ ਵਿਰੋਧ ਨਹੀਂ ਸੀ, ਕਿਉਂਕਿ ਪ੍ਰਮਾਤਮਾ ਆਪ ਇਕੱਲਾ ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਸੀ, ਸੰਸਾਰ ਪ੍ਰਗਟ ਨਹੀਂ ਕੀਤਾ ਸੀ। जब इसका वर्ण चिन्ह न जापत, तब हरक सोग कहो किसै व्यापत। वर्ण तो भाव है वर्ण रंग, चिन्ह तो भाव है निशान। जदों इस जगत का कोई रूप रंग ही नहीं सी दिसदा, जदों इंसान का कोई रंग या मुहादरा नहीं सी दिसदा, तब हरक सोग को किसै व्यापत। तदों दसो खुशी या चिंता किस नूं हो सकदी सी? क्योंकि खुशी गमी शरीर दे नाल है। जदों परमात्मा ने शरीरां नूं ही नहीं रचिया सी, ते कादी खुशी ते कादी गम। जब आपन आप आप पार ब्रह्म, तब मोह कहां किस होवत परम। जदों अकाल पुरख केवल आप ही आप सी, इकल्ला सी, तब मोह कहां किस होवत भरम। तदों मोह किथे हो सकदा सी, ते भरम भुलेखे किस नूं हो सकदे सन, क्योंकि शरीर ही नहीं सन। आपन खेल आप वरतीजा, नानक करनै हार ना दूजा। जगत रूप अपनी खेद प्रभु ने आप बनाई है। नानक करनै हार ना दूजा। है नानक, उस तो बिना इस खेड नूं बनाउण वाला कोई दूजा होर है ही नहीं। अगे किरपा कीती है, जब होवत प्रभ केवल धनी, तब बंद मुकत को किसको गनी। धनी तो भावे मालक। जदों मालक प्रभु सिर्फ आप ही आप सी, कलम कल्ला, तब बंद मुकत को किसको गनी। तदों दसो किस नूं बंधना विच फसिया होया, ते किस नूं बंधना तो मुक्त समझिए। तदों दसो कौन बझिया होया सी, ते कौन बंध खलास सी। जब एक हर अगम अपार, तब नरक सुरग को कौन अवतार। जदों अगम ते बेअंत प्रभु एक आप ही सी,
ਤਬ ਨਰਕ ਸੁਰਗ ਕਉ ਕੌਣ ਅਵਤਾਰ, ਤਦੋਂ ਦੱਸੋ ਭਾਈ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ। ਕਿਉਂਕਿ ਜੀਵਨ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਜੀਵ ਇਸ ਸੰਸਾਰ ਤੇ ਵਿਚਰਦਿਆਂ ਸਜ਼ਾ ਭੁਗਤਦੇ ਨੇ। ਕੋਈ ਨਰਕਾਂ ਵਾਲੀ ਜ਼ਿੰਦਗੀ ਜਿਉਂਦਾ ਹੈ, ਕਿਉਂਕਿ ਮਾੜੇ ਕਰਮ ਕਰਾਂਗੇ ਫਿਰ ਸਾਨੂੰ ਉਹਦੀ ਜੋ ਸਜ਼ਾ ਹੈ ਮਾੜੇ ਕਰਮਾਂ ਦੀ, ਮਾੜਾ ਬੀਜ ਬੀਜਿਆ ਗਿਆ ਤਾਂ ਫਲ ਵੀ ਸਾਨੂੰ ਮਾੜਾ ਹੀ ਪ੍ਰਾਪਤ ਹੋਣਾ ਹੈ। ਪਰ ਜਦੋਂ ਹੈ ਹੀ ਕੁਝ ਨਹੀਂ ਸੀ, ਕਹਿੰਦੇ ਫਿਰ ਨਰਕ ਤੇ ਸੁਰਗ ਕੀ ਭਾਈ। ਕਿਉਂਕਿ ਜੀਵਾਂ ਨੇ ਚੰਗੇ ਮਾੜੇ ਕਰਮ ਕਰਨੇ। ਜਦੋਂ ਪ੍ਰਮਾਤਮਾ ਨੇ ਜੀਵਾਂ ਨੂੰ ਰਚਿਆ ਹੀ ਨਹੀਂ ਸੀ, ਕੱਲਮ ਕੱਲਾ ਆਪ ਸੀ, ਉਦੋਂ ਕਹਿੰਦੇ ਤਬ ਨਰਕ ਸੁਰਗ ਕਉ ਕੌਣ ਅਵਤਾਰ, ਤਦੋਂ ਦੱਸੋ ਭਾਈ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸੇਵ ਸਕਤ ਕਹੋ ਕਿਤ ਠਾਏ। ਜਦੋਂ ਸੁੱਤੇ ਹੀ ਪ੍ਰਭੂ ਤ੍ਰੈ ਗੁਣੀ ਮਾਇਆ ਤੋਂ ਪਰੇ ਸੀ, ਭਾਵ ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ, ਤਬ ਸੇਵ ਸਕਤ ਕਹੋ ਕਿਤ ਠਾਏ। ਤਦੋਂ ਦੱਸੋ ਕਿੱਥੇ ਸਨ ਜੀਵ ਤੇ ਕਿੱਥੇ ਸੀ ਮਾਇਆ। ਸਖਤ ਤੋਂ ਭਾਵ ਹੈ ਮਾਇਆ, ਸਿਵ ਤੋਂ ਭਾਵ ਹੈ ਜੀਵਾਤਮਾ। ਜਬ ਆਪੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ, ਤਬ ਕਵਨ ਨਿਡਰ ਕਵਨ ਕਤ ਡਰੈ। ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸ ਤੋਂ ਡਰਦਾ ਸੀ। ਤਦੋਂ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋਂ ਡਰਦਾ ਸੀ। ਆਪਨ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਆਪਣੇ ਤਮਾਸੇ ਆਪ ਹੀ ਪ੍ਰਭੂ ਕਰਨ ਵਾਲਾ ਹੈ। ਨਾਨਕ ਠਾਕੁਰ ਅਗਮ ਅਪਾਰ ਹੈ। ਨਾਨਕ ਅਕਾਲ ਪੁਰਖ ਅਗਮ ਤੇ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਵਨਾਸੀ ਸੁਖ ਆਪਨ ਆਸਨ, ਤਹਿ ਜਨਮ ਮਰਨ ਕੋ ਕਹਾਂ ਬਿਨਾਸਨ। ਜਦੋਂ ਅਕਾਲ ਪੁਰਖ ਆਪਣੀ ਮੋਜ ਵਿੱਚ ਆਪਣੇ ਸਰੂਪ ਵਿੱਚ ਟਿਕਿਆ ਬੈਠਾ ਸੀ, ਤਬ ਜਨਮ ਮਰਨ ਕੋ ਕਹਾਂ ਬਿਨਾਸਨ। ਤਦੋਂ ਦੱਸੋ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕੋ ਕਿਸ ਹੋਏ। ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਬ ਜਮ ਕੀ ਤਰਾਸ ਕੋ ਕਿਸ ਹੋਏ। ਤਦੋਂ ਦੱਸੋ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ। ਕਿਉਂਕਿ ਜਨਮ ਹੈ ਤਾਂ ਮੌਤ ਹੈ, ਜਦੋਂ ਜਨਮ ਹੀ ਨਹੀਂ ਹੋਇਆ ਤੇ ਮੌਤ ਕਿੱਥੋਂ ਭਾਈ। ਮੌਤ ਦਾ ਡਰ ਕਿਵੇਂ ਪੋਏਗਾ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ। ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਸੀ, ਅਗੋਚਰ ਜਿਸ ਤੱਕ ਸਰੀਰਕ ਇੰਦਰੀਆ ਰਾਈ ਪਹੁੰਚ ਨਾ ਹੋ ਸਕੇ। ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ। ਚਿੱਤਰ ਗੁਪਤ ਭਾਵ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ। ਤਦੋਂ ਚਿੱਤਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ। ਕਰਮਾਂ ਦਾ ਹਿਸਾਬ ਕਿਤਾਬ ਕਿਵੇਂ ਹੋ ਸਕਦਾ। ਕਿਉਂਕਿ ਜਦੋਂ ਜੀਵਨ ਮਿਲੇਗਾ, ਮਨੁੱਖ ਜੀਵਨ ਜਿਉਂਦਿਆਂ ਹੀ ਚੰਗੇ ਮਾੜੇ ਕਰਮ ਕਰਦਾ ਤੇ ਉਹਦਾ ਹੀ ਲੇਖਾ ਜੋਖਾ ਜਦੋਂ ਜੀਵਨ ਹੀ ਨਹੀਂ ਸੀ ਤੇ ਚੰਗੇ ਮਾੜੇ ਕਰਮ ਕਿਵੇਂ। ਜਬ ਨਾਥ ਨਿਰੰਜਨ ਅਗੋਚਰ ਆਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਜਦੋਂ ਮਾਲਕ ਮਾਇਆ ਰਹਿਤ ਅਥਾ ਅਗੋਚਰ ਆਪ ਹੀ ਸੀ, ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਤੇ ਕੌਣ ਬੰਧਨਾਂ ਵਿੱਚ ਭਾਈ ਫਸੇ ਹੋਏ ਸਨ। ਅੱਗੇ ਕਿਰਪਾ ਕੀਤੀ ਹੈ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਉਪਰਜਾ ਤੋਂ ਭਾਵ ਪੈਦਾ ਕੀਤਾ ਹੈ। ਨਾਨਕ ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ। ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ, ਜਿੱਥੇ ਇਨਸਾਨਾਂ ਦਾ ਸੁਆਮੀ ਕੇਵਲ ਪਵਿੱਤਰ ਸਵਰੂਪ ਹੀ ਸੀ, ਤਹ ਬਿਨ ਮੈਲ ਕਹੋ ਕਿਆ ਧੋਤਾ। ਉੱਥੇ ਦੱਸੋ ਉਹ ਮੈਲ ਰਹਿਤ ਸੀ ਤਾਂ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ। ਦੇਖੋ ਗੱਲ ਸਮਝਣ ਵਾਲੀ ਹੈ। ਜਿੱਥੇ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੋ ਮਹਿਲ ਤੋਂ ਰਹਿਤ ਹੈ, ਮੈਲ ਤੋਂ ਰਹਿਤ,
ਜੋ ਨਿਰਮਲ ਸਰੂਪ ਸੀ, ਉੱਥੇ ਉਹ ਮੈਲ ਰਹਿਤ ਸੀ, ਤਾਂ ਦੱਸੋ ਉਸਨੇ ਕਿਹਦੀ ਮੈਲ ਧੋਣੀ ਹੋਈ? ਕਿਉਂਕਿ ਜੀਵਾਂ ਦੇ ਕੀਤੇ ਹੋਏ ਕਰਮਾਂ ਦੀ ਮੈਲ, ਜੋ ਜੀਵ ਚੰਗੇ ਮਾੜੇ ਕਰਮ ਕਰਦੇ ਨੇ, ਇਹ ਜੋ ਮੈਲ ਮਨ ਨੂੰ ਚੁੰਮੜਦੀ ਹੈ, ਜਿਸ ਨੂੰ ਆਪਾਂ ਬਾਣੀ ਦੇ ਰਾਹੀਂ ਬਾਣੀ ਪੜ੍ਹ ਕੇ ਮਨੁੱਖ ਆਪਣਾ ਮਨ ਤਨ ਨਿਰਮਲ ਕਰਦਾ ਹੈ। ਪਰ ਜਦੋਂ ਜੀਵ ਪੈਦਾ ਹੀ ਪ੍ਰਮਾਤਮਾ ਨੇ ਨਹੀਂ ਕੀਤੇ ਸੀ, ਉਹ ਆਪ ਮੈਲ ਤੋਂ ਰਹਿਤ ਨਿਰਮਲ ਸਵਰੂਪ ਪ੍ਰਮਾਤਮਾ ਆਪ ਮੌਜੂਦ ਸੀ। ਉਦੋਂ ਗੁਰੂ ਸਾਹਿਬ ਆਖਦੇ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ? ਜਾਉ ਨਿਰੰਜਨ ਨਿਰੰਕਾਰ ਨਿਰਵਾਨ, ਤੈ ਕੌਣ ਕੋ ਮਾਨ ਕੌਣ ਅਭਿਮਾਨ। ਨਿਰੰਜਨ ਵਾਸਨਾ ਰਹਿਤ, ਜਿੱਥੇ ਮਾਇਆ ਰਹਿਤ, ਆਕਾਰ ਤੋਂ ਰਹਿਤ ਤੇ ਵਾਸਨਾ ਤੋਂ ਰਹਿਤ ਕੇਵਲ ਵਾਹਿਗੁਰੂ ਆਪ ਹੀ ਸੀ। ਤੈ ਕੌਣ ਕੋ ਮਾਨ ਕੌਣ ਅਭਿਮਾਨ, ਉੱਥੇ ਮਾਣ ਤੇ ਅਹੰਕਾਰ ਕਿਸ ਨੂੰ ਹੋਣਾ ਸੀ? ਉੱਥੇ ਹੈ ਹੀ ਨਹੀਂ ਸੀ ਮਾਨ ਸਨਮਾਨ ਵਾਲੀ ਗੱਲ। ਕਿਉਂਕਿ ਜਦੋਂ ਜੀਵਾਂ ਨੂੰ ਪ੍ਰਮਾਤਮਾ ਨੇ ਰਚਿਆ ਹੀ ਨਹੀਂ ਤੇ ਫਿਰ ਮਾਨ ਸਨਮਾਨ ਕਾਹਦਾ, ਮਾਨ ਅਹੰਕਾਰ ਕਾਹਦਾ? ਜਹ ਸਰੂਪ ਕੇਵਲ ਜਗਦੀਸ਼, ਤੈ ਚਲ ਛਿਦਰ ਲਗਤ ਕੋ ਕੀਸ। ਲਗਤ ਕਹੋ ਕੀਸ, ਜਗਦੀਸ਼ ਤੋਂ ਭਾਵ ਹੈ ਜਗਤ ਦਾ ਮਾਲਕ। ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਮੌਜੂਦ ਸੀ, ਤੈ ਛਲ ਛਿਦਰ ਲਗਤ ਕੋ ਕੀਸ, ਉੱਥੇ ਦੱਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ? ਉੱਥੇ ਧੋਖਾ, ਫਰੇਬ ਅਤੇ ਪਾਪ ਕਿਸ ਨੂੰ ਵਿਆਪ ਸਕਦੇ ਸਨ? ਜਹ ਜੋ ਸਰੂਪੀ ਜੋ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਜਹ ਜੋਤ ਸਰੂਪੀ, ਜਦੋਂ ਜੋਤ ਰੂਪ ਪ੍ਰਭੂ ਆਪ ਹੀ ਜੋਤ ਵਿੱਚ ਲੀਨ ਸੀ, ਆਪਣੀ ਜੋਤ ਜਗਾ ਕੇ ਬੈਠਾ ਸੀ, ਆਪਣੇ ਨੂਰ ਨਾਲ ਆਪ ਹੀ ਰਮਿਆ ਹੋਇਆ ਸੀ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਤਦੋਂ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ? ਤੇ ਕੌਣ ਰਜਿਆ ਹੋਇਆ? ਵੀ ਕਿਸ ਨੂੰ ਭੁੱਖਾ ਤੇ ਕਿਸ ਨੂੰ ਰਜਿਆ ਹੋਇਆ ਆਖਦੇ? ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਹਿ ਸੁਮਾਰ। ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਹੈ ਤੇ ਜੀਵਾਂ ਪਾਸੋਂ ਕਰਵਾਉਣ ਵਾਲਾ ਹੈ। ਨਾਨਕ ਕਰਤੇ ਕਾ ਨਾਹਿ ਸੁਮਾਰ, ਹੈ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ। ਉਸ ਵਾਹਿਗੁਰੂ ਦੀ ਰਹਿਮਤਾਂ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ। ਕਰਤਾਰ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਉਹਦੀ ਰਹਿਮਤਾਂ ਦੀ, ਕਿਉਂਕਿ ਉਹ ਬੇਅੰਤ ਹੈ, ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ, ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਜਿਵੇਂ ਜਿਵੇਂ ਕਿਸੇ ਨੇ ਉਸ ਨੂੰ ਜਾਣਿਆ ਆਪਣੀ ਮਤ ਅਨੁਸਾਰ ਉਹਨੂੰ ਬਿਆਨ ਕਰ ਦਿੱਤਾ, ਪਰ ਪੂਰਨ ਤੌਰ ਤੇ ਕੋਈ ਬਿਆਨ ਨਹੀਂ ਕਰ ਸਕਿਆ। ਬਚਨ ਆਪਾਂ ਪੜ੍ਹਦੇ ਹਾਂ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਜਿਵੇਂ ਜਿਵੇਂ ਕਿਸ ਨੂੰ ਵਾਹਿਗੁਰੂ ਨੇ ਸੋਝੀ ਬਖਸ਼ੀ, ਗਿਆਨ ਬਖਸ਼ਿਆ, ਉਸਨੇ ਉਸੇ ਹਿਸਾਬ ਦੇ ਨਾਲ ਵਾਹਿਗੁਰੂ ਜੀ ਨੂੰ ਬਿਆਨ ਕੀਤਾ, ਪਰ ਪੂਰਨ ਤੌਰ ਤੇ ਕੋਈ ਨੂੰ ਬਿਆਨ ਨਹੀਂ ਕਰ ਸਕਿਆ। ਭੀ ਤੇਰੀ ਕੀਮਤ ਨਾ ਪਵੇ, ਹੂੰ ਕੇਵੜ ਆਖਾਂ ਨਾਉ। ਅੱਜ ਆਪਾਂ 21 ਅਸ਼ਟਪਦੀ ਦੇ ਪਹਿਲੇ 4 ਬੰਦਾਂ ਦੇ ਵਿਚਾਰ ਸਰਵਣ ਕੀਤੀ ਹੈ। ਕੱਲ ਆਪਾਂ ਅਖੀਰਲੇ 4 ਬੰਦ ਵਿਚਾਰਾਂਗੇ। ਆਓ ਸਤਿਗੁਰ ਚਰਨਾਂ ਵਿੱਚ ਅਰਦਾਸ ਬੇਨਤੀ ਕਰੀ, ਸਤਿਗੁਰੂ ਜੀ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ। ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁਲਾ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।